ਇਹ ਗੁਰੂ ਪਾਤਸ਼ਾਹ ਦੀ ਬੋਲੀ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇਣਗੇ। ਪਰ ਕਰਨ ਆਉਂਦੇ 22 ਦਸੰਬਰ ਦਾ ਉਹ ਅਨੋਖਾ ਦਿਨ, ਜਿਸ ਦਿਨ ਬਾਰੇ ਜਦੋਂ ਵੀ ਕੋਈ ਇਤਿਹਾਸਕਾਰ ਸੋਚਦੇ ਤੇ ਕੰਬਦਾ ਹੈ, ਬਾਰ-ਬਾਰ ਲਿਖਣ ਲੱਗਾ ਬਹੁਤ ਸਾਰੇ ਲਫ਼ਜ਼ਾਂ ਨੂੰ ਸਮੇਟਦੇ, ਕਾਰਨ ਕਿ ਉਸ ਦਿਨ ਵਰਗਾ ਦੁਨੀਆ ਵਿੱਚ ਦਿਨ ਕਦੀ ਨਹੀਂ ਚੜਿਆ। ਉਹਦੇ ਕੁਝ ਖਾਸ ਪਹਿਲੂ ਨੇ। ਜਿਹੜਾ ਜ਼ਿਕਰ ਭੱਟ ਅੱਖਰੀ ਨੇ ਕੀਤੇ ਉਸ ਮੁਤਾਬਕ ਅਗਰ ਵੇਖਿਆ ਜਾਵੇ, ਆਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਸਰਸਾ ਦਾ ਕਿਨਾਰਾ, ਸਰਸੇ ਦੇ ਕਿਨਾਰੇ ਤੋਂ ਲੈ ਕੇ ਚਮਕੌਰ ਦੀ ਗੜੀ ਦੀ ਜੂਹ, ਦੂਸਰੇ ਪਾਸੇ ਚਮਕੌਰ ਦੀ ਗੜੀ ਤੋਂ ਵੱਖ ਹੋ ਕੇ ਸਰਸਾ ਤੋਂ ਸਰਹੰਦ ਤੱਕ ਦਾ ਸਫ਼ਰ, ਇਹ ਗੁਰੂ ਪਾਤਸ਼ਾਹ ਦੇ ਪਰਿਵਾਰ ਦੀ ਕਹਾਣੀ ਹੈ। ਪਰ ਹਰ ਇੱਕ ਪਰਿਵਾਰ ਦੀ ਇਸ ਆਵਾਜ਼, ਇਸ ਬੋਲੀ ਵਿੱਚ ਅਗਰ ਵੇਖਿਆ ਜਾਵੇ ਤੇ ਸਾਹਿਬ ਇੱਕ ਗੱਲ ਸਾਡੇ ਸਾਹਮਣੇ ਰੱਖਦੇ ਨੇ, ਜਿਹੜੀ ਗੁਰਬਾਣੀ ਨੇ ਵਿਚਾਰਧਾਰਾ ਬਖਸ਼ਿਸ਼ ਕੀਤੀ। ਪਰਿਵਾਰ ਜਿੱਥੇ ਵੀ ਹੈ, ਖੇਰੂ ਖੇਰੂ ਹੈ, ਭਾਵੇਂ ਦੁਖੀ ਹੈ ਭਾਵੇਂ ਸੁਖੀ ਹੈ, ਪਰ ਹੈ ਰੱਬ ਦੀ ਰਜ਼ਾ ਵਿੱਚ। 22 ਦਸੰਬਰ ਦਾ ਉਹ ਅਨੋਖਾ ਦਿਨ, ਜਿਸ ਦਿਨ ਦੁਨੀਆ ਦੇ ਤਖਤੇ ਤੇ ਪਹਿਲੀ ਵਾਰ ਐਸੀ ਜੰਗ ਹੋਈ, ਜਿਸ ਜੰਗ ਨੇ ਸਮਾਜ ਤੇ ਸੰਸਾਰ ਦਾ ਨਕਸ਼ਾ ਤਬਦੀਲ ਕਰ ਦਿੱਤਾ। ਐਸਾ ਘਮਸਾਨ ਦਾ ਯੁੱਗ, ਜਿਸ ਯੁੱਧ ਦੀ ਕਲਪਨਾ ਵੀ ਦੁਨੀਆ ਵਿੱਚ ਨਹੀਂ ਕੀਤੀ ਜਾ ਸਕਦੀ। ਤੇ ਹੈਰਾਨਗੀ ਹੁੰਦੀ ਹੈ ਜਦੋਂ ਚਮਕੌਰ ਦੀ ਗੜੀ ਵੱਲ ਜਿਹੜੇ ਸੂਈਏ ਨੇ ਉਹ ਖਬਰ ਭੇਜਦੇ ਨੇ, ਤੇ ਉਹ ਜਿਹੜੀ ਚਿੱਠੀ ਵਜ਼ੀਰ ਖਾਂ ਨੂੰ ਭੇਜੀ ਜਾਂਦੀ ਹੈ ਚਮਕੌਰ ਦੀ ਗੜੀ ਤੋਂ, ਉਸ ਚਿੱਠੀ ਵਿੱਚ ਲਿਖੇ ਕਿ ਥੋੜੀ ਜਿਹੀ ਫੌਜ ਭੇਜੀ ਜਾਵੇ। ਇੱਥੇ ਗੁਰੂ ਪਾਤਸ਼ਾਹ ਦੇ ਨਾਲ 4-5 ਅਰੋੜੇ ਨੇ, 4-5 ਖੱਤਰੀ ਨੇ, ਕੁਝ ਰੰਗਰੇਟੇ ਨੇ, ਕੁਝ ਜੱਟ ਨੇ, ਕੁਝ ਕੰਬੋਹ ਨੇ, ਕੁਝ ਹੋਰ ਨੇ। ਇਹਨਾਂ ਸਾਰਿਆਂ ਨੂੰ ਖਤਮ ਕਰਨਾ ਸਾਡੇ ਵਾਸਤੇ ਕੋਈ ਔਖਾ ਕੰਮ ਨਹੀਂ, ਇਸ ਕਰਕੇ ਥੋੜੀ ਜਿਹੀ ਫੌਜ ਭੇਜੀ ਜਾਵੇ। ਪਰ ਵਜ਼ੀਰ ਖਾਂ ਤੱਕ ਜਦੋਂ ਉਹ ਚਿੱਠੀ ਪਹੁੰਚਦੀ ਏ, ਉਸ ਚਿੱਠੀ ਵਿੱਚ ਹਰਕਾਰੇ ਵੱਲੋਂ, ਸੂਈਏ ਵੱਲੋਂ ਜਿਹੜੀ ਗੱਲ ਲਿਖੀ ਗਈ ਏ, ਵਜ਼ੀਰ ਖਾਂ ਉਸ ਤੇ ਅਮਲ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੈ ਪਿਛਲੇ 7 ਮਹੀਨਿਆਂ ਤੋਂ ਅਸੀਂ ਆਨੰਦਪੁਰ ਨੂੰ ਘੇਰ ਕੇ ਰੱਖਿਆ ਤੇ ਉੱਥੇ 10 ਲੱਖ ਤੋਂ ਵੱਧ ਫੌਜ ਨੇ ਘੇਰਾ ਪਾਇਆ ਸੀ, ਸਿੱਟਾ ਕੋਈ ਨਹੀਂ ਨਿਕਲਿਆ। ਗੁਰੂ ਜੀ ਦਾ ਨਿਕਲ ਕੇ ਵਾਪਸ ਆ ਗਿਆ, ਬਾਹਰ ਵੀ ਅਸੀਂ ਲੜੇ, ਖਤਮ ਨਹੀਂ ਕਰ ਸਕੇ। ਚਮਕੌਰ ਦੀ ਗੜੀ ਵਿੱਚ ਭਾਵੇਂ ਸਿੰਘ ਥੋੜੇ ਨੇ, ਥੋੜੀ ਫੌਜ ਭੇਜਣ ਦੇ ਨਾਲ ਗੱਲ ਨਹੀਂ ਬਣੇਗੀ। ਉਹਨੇ ਪਹਾੜੀ ਰਾਜਿਆਂ ਵਿੱਚੋਂ ਚੋਟੀ ਦੇ ਜਰਨੈਲਾਂ ਨੂੰ ਚੁਣਿਆ। ਇਸਲਾਮ ਦੀ ਦੁਨੀਆ ਵਿੱਚ ਚੋਟੀ ਦੇ ਜਰਨੈਲ ਚੁਣੇ ਗਏ, ਜਿਨ੍ਹਾਂ ਨੂੰ ਸ਼ੇਰ ਅਫਗਾਨ ਵਰਗੇ ਖਿਤਾਬ ਦਿੱਤੇ ਗਏ ਸਨ, ਜਿਨ੍ਹਾਂ ਨੂੰ ਹਿੰਦੁਸਤਾਨ ਦੀ ਸ਼ਾਨ ਕਿਹਾ ਜਾਂਦਾ ਸੀ, ਜਿਨ੍ਹਾਂ ਦੇ ਅੱਗੇ ਇਹ ਆਖਿਆ ਜਾਂਦਾ ਸੀ ਕੋਈ ਨਹੀਂ ਟਿਕ ਸਕਦਾ। ਸਾਰੀ ਹਿੰਦੁਸਤਾਨ ਦੀ ਮੁਗਲਿਆ ਫੌਜ ਤੇ ਪਹਾੜੀ ਰਾਜਿਆਂ ਦੇ ਚੋਟੀ ਦੇ ਜਰਨੈਲ ਚਮਕੌਰ ਦੀ ਗੜੀ ਨੂੰ ਘੇਰਾ ਪਾ ਕੇ ਬੈਠੇ ਨੇ। ਤੇ ਘੇਰਾ ਪਾਉਣ ਤੋਂ ਬਾਅਦ ਜਿਸ ਵਕਤ ਸਵੇਰੇ ਮੈਦਾਨੇ ਜੰਗ ਵਿੱਚ ਲਲਕਾਰੇ ਗੂੰਜਦੇ ਨੇ, ਇੱਕ ਪਾਸੇ ਅੱਲਾਹੂ ਅਕਬਰ ਦੀ ਆਵਾਜ਼ ਆਉਂਦੀ ਏ, ਦੂਜੇ ਪਾਸੇ ਬੋਲੇ ਸੋ ਨਿਹਾਰ ਦੇ ਜਕਾਰੇ ਲੱਗਦੇ ਨੇ। ਜੋਗੀ ਅੱਲਾ ਯਾਰ ਖਾਂ ਕਹਿੰਦੇ ਇੰਜ ਮਹਿਸੂਸ ਹੁੰਦਾ ਹੈ ਕਿ ਜਿਨ੍ਹਾਂ ਦੀ ਆਵਾਜ਼ ਅੱਲਾਹੂ ਅਕਬਰ ਵਾਲੀ ਹੈ ਉਹ ਧੱਕੇ ਦਾ ਜ਼ੋਰ ਲਾਉਂਦੇ ਨੇ, ਤੇ ਜਿਨ੍ਹਾਂ ਦੀ ਆਵਾਜ਼ ਬੋਲੇ ਸੋ ਨਿਹਾਲ ਵਾਲੀ ਹੈ ਉਹ ਆਪਣੀ ਚਾਹ ਵਿੱਚ, ਸ਼ਹਾਦਤ ਦੇ ਆਨੰਦ ਵਿੱਚ ਵਿਚਰ ਕੇ ਜਕਾਰੇ ਨੂੰ ਇਤਨੀ ਉੱਚੀ ਧੁਨ ਵਿੱਚ ਲੈ ਜਾਂਦੇ ਨੇ ਕਿ ਸੁਣਨ ਵਾਲਿਆਂ ਦੇ ਕੰਨ ਪਾਟਦੇ ਨੇ। ਸਵੇਰ 22 ਦਸੰਬਰ 47 ਸਿੱਖ ਗੁਰੂ ਪਾਤਸ਼ਾਹ ਜੀ ਦੇ ਵਿੱਚ 5 ਪਿਆਰੇ, 2 ਗੁਰੂ ਕੇ ਪੁੱਤ, ਪੰਡਤ ਲਾਲ ਚੰਦ ਤੋਂ ਲਾਲ ਸਿੰਘ ਬਣਿਆ ਕਿਰਪਾ ਰਾਮ, ਕਿਰਪਾ ਸਿੰਘ, ਇਹ ਉਸ ਜਗ੍ਹਾ ਤੇ ਨੇ। ਹੈਰਾਨਗੀ ਦੀ ਗੱਲ ਹੈ, ਅੱਖਾਂ ਦੇ ਸਾਹਮਣੇ ਸਾਰਿਆਂ ਨੇ ਖਤਮ ਹੋਣੇ, ਪਰ ਇੱਕ ਵੀ ਐਸਾ ਨਹੀਂ ਜਿਹਦਾ ਸੰਬੰਧ ਗੁਰੂ ਪਾਤਸ਼ਾਹ ਨਾਲ ਪਿਛਲੇ 10-12 ਸਾਲ ਤੋਂ ਨਾ ਰਿਹਾ ਹੋਵੇ। ਇੱਕ ਵੀ ਐਸਾ ਨਹੀਂ।
ਸਾਰੇ ਇੱਕ ਪਰਿਵਾਰ ਦਾ ਮੈਂਬਰ 2-4 ਦਿਨ ਘਰ ਵਿੱਚ ਰਹਿ ਕੇ ਜਾਵੇ, ਆਪਸੀ ਰਚ ਮਿਚ ਜਾਵੇ, ਤੇ ਜਿੱਦਣ ਵਿਛੋੜਾ ਪੈਂਦੇ ਬੜਾ ਗੰਭੀਰ ਦੁੱਖ ਲੱਗਦੇ ਤੇ ਕਈ ਵਾਰ ਨਿਡਾਲਤਾ ਵਿੱਚ ਚਲੇ ਜਾਂਦੇ ਆ। ਪਰ ਕਮਾਲ ਦੀ ਗੱਲ, ਉਹ ਜਿੰਦਾ ਹੈ ਫਿਰ ਵੀ ਅਫਸੋਸ ਹੈ। ਪਰ ਗੁਰੂ ਪਾਤਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਨਾਲ ਕਿਸੇ ਦਾ 1675 ਤੋਂ ਸੰਬੰਧ ਹੈ, ਕਿਸੇ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਵੇਲੇ ਤੋਂ ਸੰਬੰਧ ਹੈ। ਕੋਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹੱਥਾਂ ਵਿੱਚ ਖੇਡੇ, ਕਿਸੇ ਦੀ ਉਮਰ 25 ਸਾਲ ਹੈ, ਕਿਸੇ ਦੀ 20 ਸਾਲ ਹੈ, ਕਿਸੇ ਦੀ 15 ਸਾਲ ਹੈ। ਜਿਹੜੇ ਜੂਝਣ ਵਾਲੇ ਨੇ ਉਹਨਾਂ ਵਿੱਚ ਲਾ ਮਿਸਾਲ ਇੱਕ ਹੋਰ ਬੇਨਤੀ ਕਰਾਂ, ਸਾਹਿਬਜ਼ਾਦਾ ਜੁਝਾਰ ਸਿੰਘ ਦੀ ਉਮਰ ਤਵਾਰੀਖ ਮੁਤਾਬਕ 16 ਸਾਲ ਹੈ ਤੇ ਉਸ ਜਗ੍ਹਾ ਤੇ ਭਾਈ ਕਾਠਾ ਸਿੰਘ ਦਾ ਬੱਚਾ ਬਚਨ ਸਿੰਘ ਹੈ ਜਿਹਦੀ ਉਮਰ 17 ਸਾਲ ਹੈ। ਫਰਕ ਕੇਵਲ 1 ਸਾਲ ਦਾ ਹੈ। ਪਰ ਉਹਨਾਂ ਨੇ ਅੱਖਾਂ ਦੇ ਸਾਹਮਣੇ ਮੈਦਾਨੇ ਜੰਗ ਵਿੱਚ ਜਾਣੇ, ਆਪਣੇ ਬਾਪ ਨੇ ਬੱਚੇ ਨੂੰ ਤੋਰਨੇ, ਤੇ ਹੈਰਾਨਗੀ ਹੁੰਦੀ ਏ ਜੈਸਾ ਗੁਰੂ ਵੈਸੇ ਸਿੱਖ, ਫਰਕ ਨਹੀਂ। ਕਿਉਂਕਿ ਇਸ ਫਰਕ ਨੂੰ ਮਿਟਾ ਦਿੱਤਾ ਗਿਆ ਸਿੱਖਾਂ ਵੱਲੋਂ, ਗੁਰੂ ਪਾਤਸ਼ਾਹ ਵੱਲੋਂ, ਤੇ ਗੁਰਬਾਣੀ ਦੇ ਇਸ ਭੇਦ ਵਿੱਚ ਇਸ ਸਾਰੇ ਫਰਕ ਨੂੰ ਖਾਰਜ ਕਰ ਦਿੱਤਾ ਗਿਆ। ਇੱਥੇ ਤਾਂ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਜੇ ਚੇਲਾ ਗੁਰੂ ਹੈ ਤੇ ਗੁਰੂ ਚੇਲਾ ਵੀ ਹੈ। ਆਪੇ ਗੁਰਚੇਲਾ ਦਾ ਜਿਹੜਾ ਸਿਧਾਂਤ ਗੁਰਬਾਣੀ ਵਿੱਚ ਦਿਸਦੇ, ਉਹਦੇ ਵਿੱਚ ਬੜੀ ਪਰਪੱਕਤਾ ਹੈ। 22 ਦਸੰਬਰ ਸਨ 1704 ਸਵੇਰ ਦਾ ਸੂਰਜ ਚੜ੍ਹਦੇ, ਭਖਦੀ ਹੋਈ ਲਾਲੀ ਆਸਮਾਨ ਤੇ ਹੈ। ਗੁਰੂ ਪਾਤਸ਼ਾਹ ਆਪਣੀਆਂ ਅੱਖਾਂ ਦੇ ਸਾਹਮਣੇ ਪਹਿਲਾ 8 ਸਿੰਘਾਂ ਦਾ ਜਥਾ। ਜਦੋਂ ਆਪਾਂ ਗੱਲ ਕਰਾਂਗੇ ਅਸਤਰ ਤੇ ਸ਼ਸਤਰ, ਇਹ 2 ਪ੍ਰਣਾਲੀਆਂ ਨੇ। ਅਸਤਰ ਉਹ ਕਿਹਾ ਜਾਂਦਾ ਜਿਹੜਾ ਦੂਰੋਂ ਵਾਰ ਕੀਤਾ ਜਾਵੇ, ਜਿਵੇਂ ਪੁਰਾਤਨ ਜ਼ਮਾਨੇ ਵਿੱਚ ਤੀਰ ਕਮਾਨ, ਬੰਦੂਕ ਜਾਂ ਤੋਪ। ਅਸਤਰ ਉਹ ਜਿਹੜਾ ਦੂਰੋਂ ਵਾਰ ਕੀਤਾ ਜਾਵੇ ਤੇ ਦੂਰ ਖੜੋਤੇ ਬੰਦੇ ਨੂੰ। ਅੱਜ ਜਿੰਨੀ ਵੀ ਸਮਾਜਿਕ ਪ੍ਰਣਾਲੀ ਹੈ, ਜਿੰਨੇ ਵੀ ਮੈਦਾਨੇ ਜੰਗ ਵਿੱਚ ਅੱਜ ਦੇ ਜ਼ਮਾਨੇ ਵਿੱਚ ਹਥਿਆਰ ਵਰਤੇ ਜਾਂਦੇ ਨੇ, ਇਹ ਅਸਤਰ ਨੇ, ਸ਼ਸਤਰ ਨਹੀਂ। ਕਿਉਂਕਿ ਦੂਰੋਂ ਵਾਰ ਹੁੰਦੇ, ਸ਼ਸਤਰ ਉਹ ਜਿਹੜਾ ਹੱਥ ਵਿੱਚ ਪਕੜ ਕੇ ਵੈਰੀ ਤੇ ਵਾਰ ਕੀਤਾ ਜਾਵੇ ਤੇ ਹੱਥ ਵਿੱਚ ਹੀ ਰਵੇ, ਉਹ ਸ਼ਸਤਰ ਹੈ। ਪਹਿਲਾਂ ਗੁਰੂ ਪਾਤਸ਼ਾਹ ਨੇ ਅਸਤਰ ਵਰਤੇ, ਤੀਰ ਵਰਤੇ। ਡਾਰਾਂ ਦੀਆਂ ਡਾਰਾਂ ਧਰਤੀ ਤੇ ਵਿਛਾ ਦਿੱਤੀਆਂ ਗਈਆਂ। ਜਿਹੜੇ ਜ਼ਬਰਦਸਤ ਖਾਂ ਵਰਗੇ, ਸਰਮਦ ਖਾਂ ਵਰਗੇ, ਵਜ਼ੀਰ ਖਾਂ ਵਰਗੇ ਉਸ ਜਗ੍ਹਾ ਤੇ ਲਲਕਾਰੇ ਮਾਰਦੇ ਸਨ। ਫਤਿਹ ਸ਼ਾਹ ਗਲੋਟੀਆ ਵਰਗੇ ਉਸ ਜਗ੍ਹਾ ਤੇ ਲਲਕਾਰੇ ਮਾਰਦੇ ਸਨ, ਅਸੀਂ ਪਲਾਂ ਵਿੱਚ ਗੜੀ ਨੂੰ ਘੇਰਾ ਪਾ ਕੇ ਇਸ ਜਗ੍ਹਾ ਤੇ ਗੁਰੂ ਪਾਤਸ਼ਾਹ ਨੂੰ ਖਤਮ ਕਰ ਦੇਵਾਂਗੇ, ਸਿੱਖਾਂ ਨੂੰ ਮਾਰ ਦੇਵਾਂਗੇ। ਅੰਦਰੋਂ ਤੀਰਾਂ ਦੀ ਬੌਛਾਰ ਆਈ ਤੇ ਇੰਜ ਮਹਿਸੂਸ ਹੋਇਆ ਇੱਥੇ 2 4 10 ਸਿੰਘ ਨਹੀਂ, ਇੱਥੇ ਤਾਂ ਬਹੁਤ ਵੱਡੀ ਫੌਜ ਗੜੀ ਵਿੱਚ ਬੈਠੀ ਹੈ। ਅਖੀਰ ਜਦੋਂ ਤੀਰ ਮੁੱਕਦੇ ਨੇ, ਗੁਰੂ ਪਾਤਸ਼ਾਹ ਆਪਣੇ ਸਿੱਖਾਂ ਨੂੰ ਹਿਦਾਇਤ ਕਰਦੇ ਨੇ। ਭਾਈ ਕਾਠਾ ਸਿੰਘ ਜਿਨ੍ਹਾਂ ਦੀ ਅਗਵਾਈ ਵਿੱਚ ਪਹਿਲਾ ਜਥਾ ਗੜੀ ਤੋਂ ਬਾਹਰ ਨਿਕਲਦੇ, ਉਸ ਜਥੇ ਵਿੱਚ ਜਦੋਂ ਤਵਾਰੀਖ ਮੁਤਾਬਕ ਵੇਖਿਆ ਜਾਵੇ, ਪਿਤਾ ਆਪਣੇ ਬੱਚੇ ਨੂੰ ਵੀ ਨਾਲ ਲੈ ਕੇ ਜਾਂਦੇ। ਭਾਈ ਦਇਆ ਸਿੰਘ ਪੁੱਛਦੇ ਨੇ, ਕਾਠਾ ਸਿੰਘ ਤੁਹਾਡਾ ਪੁੱਤ ਹੈ, ਤੁਸੀਂ ਮੈਦਾਨੇ ਜੰਗ ਵਿੱਚ ਜਾ ਰਹੇ ਹੋ, ਸਾਨੂੰ ਸਾਰਿਆਂ ਨੂੰ ਪਤਾ ਹੈ ਬਚ ਕੇ ਕਿਸੇ ਨੇ ਨਹੀਂ ਆਉਣਾ। ਕਿਉਂਕਿ ਜਦੋਂ ਸ਼ਹਾਦਤ ਦੇ ਪ੍ਰਕਰਣ ਵਿੱਚੋਂ ਕੋਈ ਨਿਕਲਦੇ ਤੇ ਉਹਦੀ ਜ਼ਿੰਦਗੀ ਦੀ ਜਿਹੜੀ ਖਵਾਇਸ਼ ਹੈ, ਉਹ ਖਵਾਇਸ਼ ਸੰਸਾਰ ਤੱਕ, ਦੁਨੀਆ ਤੱਕ ਸੀਮਤ ਨਹੀਂ। ਉਹਦੇ ਜੀਵਨ ਦੀ ਜਿਹੜੀ ਆਵਾਜ਼ ਹੈ, ਉਹ ਆਵਾਜ਼ ਸਿਖਰਤਾ ਵਾਲੀ ਹੈ, ਜਿਹਨੂੰ ਗੁਰਬਾਣੀ ਨੇ ਇੱਕ ਵਾਰ ਪੇਸ਼ ਕੀਤਾ ਤੇ ਬਾਬਾ ਕਬੀਰ ਸਾਹਿਬ ਨੇ ਕਿਹਾ, ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੀ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਇਹੋ ਜੀ ਮੌਤ ਜਿਹੜੀ ਦੁਬਾਰਾ ਬੰਦੇ ਨੂੰ ਚਿਖਾ ਤੇ ਨਾ ਲੈ ਕੇ ਜਾਵੇ, ਇਹੋ ਜੀ ਆਵਾਜ਼ ਜਿਹੜੀ ਕਦੀ ਤਬਦੀਲ ਨਾ ਹੋਵੇ ਤੇ ਰਹਿੰਦੀ ਦੁਨੀਆ ਤੱਕ ਲੋਕ ਜਦੋਂ ਯਾਦ ਕਰਨ ਤੇ ਕਹਿਣ ਕੋਈ ਮਰਿਆ ਸੀ
ਕਿਸੇ ਦੀ ਖਾਤਰ ਮਰਿਆ ਸੀ, ਕਿਸੇ ਦੇ ਅਣਖ ਦੇ ਖਾਤਰ ਮਰਿਆ ਸੀ, ਧਰਮ ਦੀ ਖਾਤਰ ਕੁਰਬਾਨ ਹੋਇਆ ਸੀ। ਤੇ ਐਸੀ ਕੁਰਬਾਨੀ ਅਜਾਈ ਨਹੀਂ ਜਾਂਦੀ, ਰਹਿੰਦੀ ਦੁਨੀਆ ਤੱਕ ਲੋਕ ਝੁਕ ਝੁਕ ਕੇ ਸਲਾਮਾਂ ਕਰਦੇ ਨੇ। ਪਹਿਲਾ ਜਥਾ ਭਾਈ ਕਾਠਾ ਸਿੰਘ ਦੀ ਅਗਵਾਈ ਵਿੱਚ, ਉਹਨਾਂ ਦਾ ਪੁੱਤਰ ਬਚਨ ਸਿੰਘ, ਦੋਨੋਂ ਪਿਓ ਪੁੱਤ 8 ਸਿੰਘਾਂ ਦੇ ਜਥੇ ਨੂੰ ਮੈਦਾਨੇ ਜੰਗ ਵਿੱਚ ਲੈ ਕੇ ਜਾਂਦੇ ਨੇ। ਇੱਕ ਸਿੰਘ ਧਰਤੀ ਤੇ ਡਿੱਗਦੇ, ਮਮਟੀ ਤੋਂ ਜਕਾਰੇ ਦੀ ਗੂੰਜ ਆਉਂਦੀ ਏ ਤੇ ਅਰਦਾਸ ਹੁੰਦੀ ਹੈ, ਮਾਲਕਾ ਚਰਨਾਂ ਵਿੱਚ ਇਹਦੀ ਸ਼ਹੀਦੀ ਨੂੰ ਕੁਰਬਾਨ ਕਰੀ, ਪ੍ਰਵਾਨ ਕਰੀ। ਇੱਕ ਇੱਕ ਸਿੰਘ ਧਰਤੀ ਤੇ ਡਿੱਗ ਕੇ ਸ਼ਹਾਦਤ ਦਾ ਜਾਮ ਪੀਂਦੇ ਤੇ ਗੜੀ ਵਿੱਚ ਚਾਹ ਪੈਦਾ ਹੁੰਦੇ ਉਹਨਾਂ ਲੋਕਾਂ ਦੇ ਅੰਦਰ। ਕਿਉਂਕਿ ਜਦੋਂ ਇਤਿਹਾਸ ਨੂੰ ਵਾਚਾਂਗੇ, ਇੱਕ ਪੱਖ ਬੜਾ ਖੂਬਸੂਰਤ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਮੈਦਾਨੇ ਜੰਗ ਵਿੱਚ ਜੂਝਦੇ ਨੇ ਤੇ ਗੁਰੂ ਪਾਤਸ਼ਾਹ ਦੇ ਜਿਹੜੇ ਉਸ ਵਕਤ ਤਾਜ਼ਾਦਮ ਫੌਜੀ ਨੇ, ਜਿਹੜੇ ਬਾਹਰ ਬੈਠੇ ਨੇ, ਜਿਨ੍ਹਾਂ ਨੇ ਅਜੇ ਮੈਦਾਨੇ ਜੰਗ ਵਿੱਚ ਜਾ ਕੇ ਜੌਹਰ ਵਿਖਾਉਣੇ ਨੇ, ਲੋੜ ਪੈਣ ਤੇ ਉਹ ਹੂਲ ਹੂਲ ਕੇ ਇੱਕ ਗੱਲ ਕਹਿੰਦੇ ਨੇ, ਪਾਤਸ਼ਾਹ ਆਪਣੇ ਭਰਾ ਦੀ ਲਾਸ਼ ਧਰਤੀ ਤੇ ਡਿੱਗਦਿਆਂ ਸਾਨੂੰ ਇੰਜ ਮਹਿਸੂਸ ਹੁੰਦੇ ਕਿ ਸਾਡਾ ਵੀ ਉਸ ਜਗ੍ਹਾ ਤੇ ਟਿਕਾਣਾ ਹੋਣਾ ਚਾਹੀਦਾ, ਇਸ ਕਰਕੇ ਸਾਨੂੰ ਵੀ ਆਗਿਆ ਤੋਂ ਅਸੀਂ ਵੀ ਉੱਥੇ ਜਾਣਾ ਹੈ। ਇੱਕ ਸਿੰਘ ਧਰਤੀ ਤੇ ਡਿੱਗਦੇ, ਗੜੀ ਵਿੱਚ ਬੈਠੇ ਹੋਏ ਬਹੁਤ ਸਾਰੇ ਲੋਕ ਜਿਨ੍ਹਾਂ ਵਿੱਚ ਪਿਆਰ ਹੈ, ਦਰਦ ਹੈ, ਧਰਮ ਪ੍ਰਤੀ ਇੱਕ ਵਿਚਾਰਧਾਰਾ ਹੈ, ਉਹ ਪੁਕਾਰ ਕੇ ਕਹਿੰਦੇ ਨੇ, ਪਾਤਸ਼ਾਹ ਅਗਲਾ ਜਥਾ ਸਾਡਾ ਜਾਏਗਾ। 8-8 ਕਰਦੇ 3 ਜਥੇ ਗੜੀ ਤੋਂ ਬਾਹਰ ਜਾਂਦੇ ਨੇ, ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਜਦੋਂ 24 ਸਿੰਘ ਸ਼ਹੀਦ ਹੋ ਜਾਂਦੇ ਨੇ, ਪਿਆਰੇ ਭਾਈ ਹਿੰਮਤ ਸਿੰਘ, ਭਾਈ ਮਦਨ ਸਿੰਘ, ਭਾਈ ਬਚਨ ਸਿੰਘ, ਭਾਈ ਕਾਠਾ ਸਿੰਘ, ਇਹ ਸਿਰਮੌਰ ਗੁਰੂ ਕੇ ਸਿੰਘ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਮੋਕਮ ਸਿੰਘ ਦੀ ਸ਼ਹਾਦਤ ਹੁੰਦੀ ਹੈ। ਤੀਸਰੇ ਜਥੇ ਤੋਂ ਬਾਅਦ ਚੌਥਾ ਜਥਾ ਜਿਹੜਾ ਗੜੀ ਵਿੱਚੋਂ ਨਿਕਲਦੇ, ਉਸ ਜਥੇ ਨੂੰ ਭਾਈ ਦਇਆ ਸਿੰਘ ਰੋਕਣ ਦਾ ਯਤਨ ਕਰਦੇ ਨੇ। ਕਿਉਂ? ਕਿਉਂਕਿ ਉਸ ਜਥੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਤਿਆਰ ਬਰ ਤਿਆਰ ਖੜੇ ਤੇ ਮੈਦਾਨੇ ਜੰਗ ਵਿੱਚ ਜੂਝਣ ਦੀ ਪ੍ਰੇਰਨਾ ਗੁਰੂ ਪਾਸ਼ੋਂ ਲੈ ਰਹੇ ਤੇ ਪਾਤਸ਼ਾਹ ਥਾਪੜਾ ਦਿੰਦੇ ਨੇ। ਭਾਈ ਦਇਆ ਸਿੰਘ ਕੋਲ ਜਾਂਦੇ ਨੇ, ਕਹਿਣ ਲੱਗੇ, ਮਾਲਕ ਜੀ ਇਹ ਤੁਹਾਡੀ ਔਲਾਦ ਹੈ, ਇਸ ਔਲਾਦ ਨੂੰ ਤੁਸੀਂ ਬਚਾਓ, ਗੜੀ ਵਿੱਚੋਂ ਨਿਕਲ ਜਾਓ। ਹੈਰਾਨਗੀ ਹੁੰਦੀ ਏ ਉਦੋਂ ਇਤਿਹਾਸ ਨੂੰ ਪੜ੍ਹ ਕੇ, ਕੈਸਾ ਉਹ ਬਾਪ ਹੋਏਗਾ, ਦੂਸਰਿਆਂ ਦੇ ਬੱਚਿਆਂ ਨੂੰ ਗੜੀ ਵਿੱਚੋਂ ਬਚਾ ਕੇ ਲੈ ਗਿਆ ਪਰ ਆਪਣੇ ਖਤਮ ਕਰਾ ਗਿਆ। ਉਹ ਬਾਪ ਦੁਨੀਆ ਨਾਲੋਂ ਵੱਖਰੇ, ਤਾਂ ਹੀ ਤਾਂ ਦੁਨੀਆ ਦਾ ਹਰ ਇੱਕ ਆਵਾਜ਼, ਇੱਥੇ ਤਾਂ ਉਹ ਇਤਿਹਾਸ ਵਾਲੇ ਅੱਜ ਡਿੰਗਾ ਮਾਰਦੇ ਨੇ, ਪੁੱਤ ਘਰੋਂ ਬਾਹਰ ਜਾਂਦੇ, ਬਾਪ ਕੋਠੇ ਤੋਂ ਡਿੱਗ ਕੇ ਮਰ ਜਾਂਦੇ ਤੇ ਲੋਕੀ ਕਹਿੰਦੇ ਨੇ ਬਹੁਤ ਵੱਡਾ ਮਹਾਪੁਰਸ਼ ਸੀ, ਪਰ ਕਮਾਲ ਦੀ ਗੱਲ, ਪੁੱਤ ਧਰਤੀ ਤੇ ਡਿੱਗਦੇ ਲਾਸ਼ ਬਣ ਕੇ, ਬਾਪ ਜਕਾਰੇ ਛੱਡ ਕੇ ਕਹਿੰਦੇ ਮੈਨੂੰ ਖੁਸ਼ੀ ਹੈ ਮੇਰਾ ਬੱਚਾ ਸਨਮੁਖ ਹੋ ਕੇ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਜਦੋਂ ਗੁਰੂ ਪਾਤਸ਼ਾਹ ਥਾਪੜਾ ਦਿੰਦੇ ਨੇ ਤੇ ਇੱਕ ਖਵਾਇਸ਼ ਪੇਸ਼ ਕੀਤੀ, ਕਹਿਣ ਲੱਗੇ, ਮੇਰੇ ਅੰਦਰ ਦੀ ਇਹ ਖਵਾਇਸ਼ ਹੈ ਕਿ ਖਵਾਇਸ਼ ਹੈ ਬਰਸ਼ੀ ਖਾਤੇ ਹੋਏ ਦੇਖੇ, ਤੇਰੇ ਜਿੰਨੇ ਵੀ ਵਾਰ ਹੋਣ ਸੀਨੇ ਤੇ ਹੋਣ, ਪਿੱਠ ਤੇ ਕੋਈ ਵਾਰ ਨਾ ਹੋਵੇ, ਤਾਂ ਕਿ ਦੁਨੀਆ ਦੇ ਵਿੱਚ ਆਉਣ ਵਾਲੇ ਲੇਖਕ, ਇਤਿਹਾਸਕਾਰ ਜਾਂ ਸਮਾਜ ਦੇ ਲੋਕ ਇਹ ਨਾ ਕਹਿ ਸਕਣ ਕਿ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਸੀ ਤੇ ਪਿੱਠ ਤੇ ਵਾਰ ਖਾ ਕੇ ਖਤਮ ਹੋ ਗਿਆ। ਹਰ ਇੱਕ ਵਾਰ ਸੀਨੇ ਤੇ ਲੱਗਣਾ ਚਾਹੀਦਾ, ਸਨਮੁਖ ਹੋ ਕੇ ਲੜੀ, ਪਿੱਠ ਤੇ ਕੋਈ ਵਾਰ ਨਾ ਹੋਵੇ। ਗੁਰੂ ਪਾਤਸ਼ਾਹ ਨੇ ਜਦੋਂ ਥਾਪੜਾ ਦਿੱਤਾ, ਜੋਗੀ ਅੱਲਾ ਯਾਰ ਖਾਨ ਦੀ ਸ਼ਬਦਾਵਲੀ ਵਿੱਚ ਉਸ ਵਕਤ ਜਿਹੜੇ ਬਚਨ ਸਾਹਿਬਜ਼ਾਦਾ ਅਜੀਤ ਸਿੰਘ ਨੇ ਕਹੇ, ਉਹਨਾਂ ਬਚਨਾਂ ਵਿੱਚ ਬੜੀ ਵੱਡੀ ਤਤਸਾਰ ਸ਼ਬਦਾਵਲੀ ਸੀ। ਬੋਲਨੇ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਅਗਰ ਜੀਤਾ ਗਿਆ ਤੋ ਜੀਤਾ ਨਾ ਆਊਂਗਾ। ਗੁਰੂ ਪਾਤਸ਼ਾਹ ਦੇ ਕੋਲ ਜਿਸ ਵਕਤ ਭਾਈ ਦਇਆ ਸਿੰਘ ਕਹਿੰਦੇ ਨੇ, ਮਾਲਕ ਜੀ ਆਪਣੇ ਬੱਚੇ ਨੂੰ ਬਚਾ ਲਓ, ਜਥਾ ਲੈ ਕੇ ਮੈਂ ਜਾਵਾਂਗਾ, ਸ਼ਹਾਦਤ ਦਾ ਜਾਮ ਅਸੀਂ ਪੀਵਾਂਗੇ, ਪਰ ਸਾਡੀ ਇੱਕ ਬੇਨਤੀ ਹੈ, ਤੁਸੀਂ ਮੈਦਾਨੇ ਜੰਗ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਨਾ ਭੇਜੋ। ਅਸੀਂ ਨਹੀਂ ਵੇਖ ਸਕਦੇ ਕਿ ਗੁਰੂ ਕਾ ਪੁੱਤ ਸਾਡੀਆਂ ਅੱਖਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਵੇ।
प्यार सी। पर अवतार सिंह धारी ने जिहड़ी गल लिखी है उहदे विच दम है। गुरु पातशाह उस वक्त कहंदे ने भाई दया सिंह बेशक दुनिया दे लोकी मैनू जगत दा चोर समझण, पर मैं ये नहीं सुन सकता कि गुरु गोबिंद सिंह ने सिंह होर समझे पुत होर समझे। साहिबजादा अजीत सिंह नू थापड़ा दिता जांदे। वो मैदाने जंग विच जूझ के कई वैरियां दे आहू ला के जदों लोथ बन के धरती ते डिगदे ते ममती तो जकारा बोलदा है। अगे जकारा सिंह बुलाउंदे सन ते जवाब देण वाले बहुत सन, पर ममती तो जिहड़ा जकारा बोलदे वो जकारा कलगियां वाले पातशाह बुलाउंदे ने ते जवाब देण वाला कोई नहीं। जे बोले सो निहाल आप कहंदे ने ते सत श्री अकाल भी अपनी रसना तो निकलदा है। चार जथे शहादत दा जाम पी जाते ने गुरु दियां अखां दे सामने। अगर वेखिया जावे ते 32 सिखां दी शहादत हो चुकी है, जिन्हां विच एक गुरु दा पुत्र भी है, पर किसी प्रकार की कोई नमोशी नहीं। शाम नू 5वां जथा जांदा है। उस जथे विच गुरु पातशाह दा छोटा बच्चा साहिबजादा जुझार सिंह जदों साहिब दे कोल आके कहंदे पिता जी मैं भी अपने भरा कोल जाना है, मेरे अंदर भी एक ख्वाहिश है, एक चाहत है, मैं भी अपने भरा दा साथी बनना चाहना, मैनू भी तुसीं थापड़ा दिओ, मैदाने जंग विच भेजो। जोगी अल्लाह यार खां कहंदे फिर भाई धर्म सिंह कोल आए, कहंदे ने पातशाह दो कित्थे ने कोई पता नहीं, मां कित्थे है कोई पता नहीं। एक मैदाने जंग विच लाश बन के पिया है, उहदे ते कपड़ा पाउण जाण नूं चित करदे, पर मैदान जंग भख दे उस जगह ते जाना बेवकूफ़ी होएगी। पर पातशाह एक है, इनू मैदाने जंग विच ना तोरो। गुरु गोबिंद सिंह साहिब कुछ नहीं बोलते। साहिबजादा जुझार सिंह भाई धर्म सिंह प्यारे ने, जिन्हां ने 1699 की विसाखी वाले दिन जदों गुरु ने सीस मंगिया सी, दूसरे नंबर ते सीस भेटा कीता सी ते अपने आप नूं कौम दा प्यारा अखवाया सी। वो प्यारे भाई धर्म सिंह नूं जवाब साहिबजादा जुझार सिंह दिंदे ने कि अगर तुसीं मेरे नाल प्यार करदे हो ते आप शहादत दा जाम पीण वास्ते तैयार बैठे हो, आप आनंद विच टिकण वास्ते तैयार बैठे हो, ते मैं जे तुहाडा भाईवाल बनना चाहना मैनू क्यों रोकदे हो। इस करके अज मैं तुहाडीआं अखां दे सामने शहादत दा जाम पी के जौहर विखा के अपने आप नूं साबित करना चाहांगा कि मैं भी गुरु दा सच्चा सिख हाँ। जोगी अल्लाह यार खां लिखदे कहंदे गुरु गोबिंद सिंह पातशाह ने अपने खीसे विचों छोटी किरपान कड्डी, साहिबजादा जुझार सिंह दे हत्थ विच पकड़ाई, उस किरपान नूं तन ते सजाया, शस्त्र आप सजाए, थापड़ा दे के लाड़ी मौत परचाउण लई साहिबजादा जुझार सिंह नूं गुरु गोबिंद सिंह पातशाह ने आप तकिया। अगे दरवाजा पहरेदार खोलते ने, भाई संगत सिंह की ड्यूटी है। हुण दरवाजा गुरु पिता ने आप जाके खोलिया, गड़ी का दरवाजा खोल दे। उस वक्त साहिबजादा जुझार सिंह दे पिठ ते हाथ रख के गुरु पातशाह कहंदे ने बेटा उम्र भावें 16 साल दी है, पर दुनिया के तख्ते ते ऐसी पेशकारी करन कि लोकी आखण गुरु गोबिंद सिंह दा पुत्र मैदाने जंग विच जूझ के शहादत दा जाम पी के अपने आप नूं साबित करके गया है। गुरु साहिब दे उस बच्चे नूं वजीर खां मैदानी जंग विच वेखदे ते अपने एहलकारां नूं कहंदे ये गुरु गोबिंद दा दूसरा बच्चा है, इस बच्चे नूं वापस जिउंदा नहीं जाण देना। कमसान दे उस जंग विच कमसान दी लड़ाई अंदर सारे सिंह जिहड़े नाल दे ने वो शहादत दा जाम पी जाते ने। साहिबजादा जुझार सिंह भी लाश बन के धरती ते डिगदे ने ते जदों सीने ते वार खा के वैरी दा आहू लाउंदे शहादत दा जाम पींदे ने, उधरों गुरु पातशाह फिर जकारा छड्डदे ने। पर इस जकारे तो बाद एक अरदास है। जोगी अल्लाह यार खां कहंदा कि परमात्मा आज मेरी तेरे से अमानत अदा हुई,
कवि सोहन सिंह सीतल दे बोल ने, उन्हें लिखे, हस शहीदी पा गया वो लाल छटेरा, अखां सावें हो गया वो वेरा वेरा, उंगल ला के लै गया उन्हों वीर वडेरा। वाह सतगुर कलगियां वालिया धन तेरा जेरा, तेरा तुझको सौंपते क्या लागे मेरा, हुक्म रजाई चलना जो करे चंगेरा, पंथ वसे मैं उजड़ा मन चाओ कनेरा। वाह सतगुर कलगियां वालिया धन तेरा जेरा। शाम हुई, मैदान ने जंग विच सुनसान है। सवेर तो जूझण वाले सिपाही थक के अपने तंबूआं विच बैठे ने। गुरु पातशाह दियां अखां दे सामने वो सारे दिन दा दृश्य है। रात तक गुरु पातशाह दी हदूद विच 8 सिंह ने, 9वें गुरु पातशाह ने। 2 बच्चियां दियां लाशां मैदाने जंग विच पईयां ने। अगर अपने आप नूं सिੱਖੀ दे भेस विच पेश करदे आ, किते सुरत नूं उस जगह ते टिका के वेखीए, एक बाप अपनी किले विच बैठा होवे, ओदे 2 बच्चे लाश बन के मैदाने जंग विच पए होण, बाप दे बच्चियां नूं सिख चुकण दी कोशिश करदे होण। बाप कहंदे मेरे सारे ही पुੱਤ, भावें ਉਹ सिख ने भावें बच्चे ने, इन्हां नूं मैदाने जंग विच पै रहन दो, जिन्ना चिर इन्हां दियां लाशां दे दिदारे दुनिया विच होणगे, इंज महसूस होएगा कि संसार अंदर धर्म दी खातर भी कोई जूझ के कुर्बान होए। हक है दुनिया दे विच जदों भी किसे बाप दे बच्चे दी मौत हुंदी है ताहां मार के रोंदे, किसी मां दा पुੱਤ खत्म हुंदे अंदरों आंदरां बाहर आउंदियां ने। रब नूं 3600 गिले शिकवे हुंदे ने, बहुत सारियां अनेकां प्रकार दियां दुख दियां आवाज़ां आउंदियां ने। समाज दे लोकां नूं मरण विच अपनी जिंदगी अंदर पुੱਤ दी मौत तो बाद चित करदे मर जाइए, खत्म हो जाइए, पर वो कलगियां वाला पातशाह 2 पता नहीं, 2 सामने लाश बन के पए ने, फिर भी मालिक दा शुक्र अपनी जिंदगी विच कहंदे ने कि मालिक तेरी रजा विच मिले सी, तेरी रजा अंदर ये चले गए, मैनू कोई परवाह नहीं। गुरबाणी ने एक फैसला दिते, बेपरवाह सदा रंग हरकै जां को पाक स्वामी, ऊच समाना ठाकुर तेरो अवर ना को तानी, ऐसो अमर मिलियो भगतन को राच रहे रंग ज्ञानी। वो बचन जेड़े गुरबाणी ने कह, जां को हर रंग लागो इस युग में, सो कहियत है सूरा, आत्म जिणे सगल वसता कह जां का सतगुर पूरा। मैदाने जंग दी समाप्ति हुई। रात गुरु पातशाह अपने सिखां नूं जौहर दे गुर सिखाउंदे ने। जेड़े शहादत दा जाम पी गए उन्हां दी बहादरी दी गल हुंदी है। जोगी अल्लाह यार खान ने एक गल कही, 1.5 घड़ी जब रात बीती जिक्रे खुदा में, सतगुरु खेमे से निकल कर आए बाहर हवा में, हाथ थे जुड़े और दिल था दुआ में, ऐसा फिक्रे था कि मौज था मुआ में। एहो जिहा एक सिद्धांत सी जिथे कोई गम नहीं। रात दे उस प्रकरण विच सतगुरु कहंदे ने मैं कल नूं आप मैदाने जंग विच जावांगा। भाई दया सिंह दे मन विच खटकदी है, वो कहंदे ने किसे ना किसे तरीके नाल असीं साहिबजादियां नूं बचाउण दी गल कीती, गुरु पातशाह नहीं मन्ने। हुण गुरु गोबिंद सिंह साहिब इस गड़ी विचों बाहर जाना, क्योंकि सिख दूरदर्शी नाल सोचदे, वो कहंदे जे गुरु गोबिंद सिंह पातशाह कल नूं मैदाने जंग विच शहादत दा जाम पी जांदे ने ते कौम नूं अगां वधू सोच कौन दऊगा, सिखां दा मुर्शद कौन होएगा। भाई दया सिंह ने जदों इस सोच नूं सोचिया, गुरु पातशाह नूं कहंदे, पातशाह तुसीं गड़ी छड्ड के चले जाओ, असीं सवेरे मैदाने जंग विच जूझांगे। साहिब कहंदे नहीं, अपने पुत्रां नूं अपने बच्चियां नूं इस जगह औखे वेले छड्ड के नहीं जा सकते। पर भाई दया सिंह कहंदे ने, पातशाह तुहानूं तुहाडी कौम नूं बहुत लोड़ है, तुसीं अगां वधू सोच देनी है, रहबरो आगू तुहाडे तो बिना कौन बागडोर संभालेगा। भाई दया सिंह बोलते ने, गुरु पातशाह जवाब देंदे ने, नहीं
ਅਖੀਰ ਭਾਈ ਦਇਆ ਸਿੰਘ ਦੇ ਦਿਮਾਗ ਵਿੱਚ ਉਹ ਸੋਚ ਆਉਂਦੀ ਹੈ ਕਿ ਕਦੀ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਪਾਤਸ਼ਾਹ ਨੇ ਪੰਥ ਨੂੰ 5 ਪਿਆਰਿਆਂ ਨੂੰ ਗੁਰੂ ਕਿਹਾ ਸੀ ਤੇ ਗੱਲ ਆਖੀ ਸੀ 5 ਪਿਆਰਿਆਂ ਦੇ ਹੁਕਮ ਅੱਗੇ ਮੈਂ ਵੀ ਸੀਸ ਝੁਕਾਵਾਂਗਾ। ਹੁਣ ਗੁਰੂ ਸਾਹਮਣੇ ਖੜੇ ਸਿੱਖ ਬੇਨਤੀ ਕਰਦੇ ਨੇ, ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਪਰ ਭਾਈ ਦਇਆ ਸਿੰਘ ਦੂਸਰਾ ਰੋਲ ਲੈ ਕੇ ਆਏ। ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਦਇਆ ਸਿੰਘ, ਭਾਈ ਸੰਗਤ ਸਿੰਘ, ਭਾਈ ਰਣ ਸਿੰਘ, ਇਹਨਾਂ 5 ਪਿਆਰਿਆਂ ਨੂੰ ਭਾਈ ਦਇਆ ਸਿੰਘ ਨੇ ਆਪਣੀ ਜਥੇ ਵਿੱਚ ਸ਼ਾਮਲ ਕਰਕੇ ਗੁਰੂ ਪਾਤਸ਼ਾਹ ਦੇ ਸਾਹਮਣੇ ਖੜਾ ਕੀਤਾ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਹੁਣ ਬੇਨਤੀ ਨਹੀਂ ਕਰਦੇ, ਕਹਿੰਦੇ ਨੇ ਗੁਰੂ ਪੰਥ ਖਾਲਸੇ ਦਾ ਇਹ ਹੁਕਮ ਹੈ ਕਿ ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਓ। ਜਦੋਂ ਗੱਲ ਪੰਥ ਖਾਲਸੇ ਦੇ ਹੁਕਮ ਦੀ ਆਈ, ਜਿਹੜਾ ਗੱਲ ਸਿਧਾਂਤ ਆਨੰਦਪੁਰ ਦੀ ਧਰਤੀ ਤੇ ਘੜਿਆ ਸੀ, ਉਹਨੂੰ ਸੰਪੂਰਨ ਕੀਤਾ, ਸਿਰ ਨਵਾਇਆ, ਬੇਨਤੀ ਨੂੰ ਪ੍ਰਵਾਨ ਕੀਤਾ। ਪਰ ਜਾਣ ਤੋਂ ਪਹਿਲਾਂ ਪਾਤਸ਼ਾਹ ਨੇ ਇੱਕ ਗੱਲ ਕਹੀ ਕਿ ਮੈਂ ਆਪਣੇ ਨਾਲ ਸਿੰਘਾਂ ਨੂੰ ਵੀ ਲੈ ਕੇ ਜਾਣਾ। ਚੋਣ ਹੋਈ ਭਾਈ ਦਇਆ ਸਿੰਘ ਦੀ, ਭਾਈ ਧਰਮ ਸਿੰਘ ਦੀ, ਭਾਈ ਮਾਨ ਸਿੰਘ ਦੀ। ਗੁਰੂ ਪਾਤਸ਼ਾਹ ਨੇ ਜਾਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਨੂੰ ਆਪਣੀ ਪੋਸ਼ਾਕ ਪੁਣਾਈ। ਜੇ ਗੁਰੂ ਪਾਤਸ਼ਾਹ ਦੀ ਜੀਵਨ ਸ਼ੈਲੀ ਨੂੰ ਵੇਖੀਏ ਇੱਕ ਸਾਧਾਰਨ ਹੈ, ਪਰ ਜਦੋਂ ਰਾਜਨੀਤਿਕ ਸੋਚ ਨੂੰ ਵੇਖਦੇ ਹਾਂ ਤੇ ਵੈਰੀਆਂ ਨੂੰ ਕਿਵੇਂ ਭੁਲੇਖਾ ਪਾਉਣੇ, ਉਹ ਬਿਉਂਤਬੰਦੀ ਆਪਣੇ ਦਿਮਾਗ ਵਿੱਚ ਬਣਾ ਕੇ ਚੱਲਦੇ ਨੇ। ਇੱਕ ਆਗੂ ਮੁਕੰਮਲ ਜਰਨੈਲ ਹਰ ਇੱਕ ਪੱਖ ਤੋਂ ਗੁਰੂ ਪਾਤਸ਼ਾਹ ਸਿਖਰ ਤੇ ਬੈਠੇ ਨੇ। ਅਖੀਰ ਆਪਣਾ ਜੋੜਾ ਜਿਹੜਾ ਤਨ ਤੇ ਪਾਇਆ ਹੋਏ ਉਹਨੂੰ ਉਤਾਰਦੇ ਨੇ। ਭਾਈ ਸੰਗਤ ਸਿੰਘ ਦੇ ਸਿਰ ਤੇ ਕਲਗੀ ਵੀ ਲਾਉਂਦੇ ਨੇ, ਉਹਨਾਂ ਨੂੰ ਆਪਣੀ ਪੋਸ਼ਾਕ ਵੀ ਦਿੰਦੇ ਨੇ। ਆਪਣੀ ਜਗ੍ਹਾ ਮਮਟੀ ਤੇ ਬਿਠਾ ਕੇ ਭੁਲੇਖਾ ਪਾਉਣ ਦੇ ਵਾਸਤੇ ਇਹ ਕਹਿੰਦੇ ਨੇ ਕਿ ਕੱਲ ਨੂੰ ਤੁਸੀਂ ਵੈਰੀਆਂ ਨੂੰ ਸਾਰੀ ਦਿਹਾੜੀ ਇਹੀ ਭੁਲੇਖਾ ਪਾਉਣੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਅਜੇ ਗੜੀ ਵਿੱਚ ਨੇ, ਇਸ ਕਰਕੇ ਮਮਟੀ ਤੇ ਬੈਠਣੇ। ਤੇ ਆਪ ਧੰਨ ਗੁਰੂ ਗੋਬਿੰਦ ਸਿੰਘ ਰਾਤ ਨੂੰ ਚਮਕੌਰ ਦੀ ਗੜੀ ਵਿੱਚ ਤਾੜੀ ਮਾਰ ਕੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਲਾਸ਼ ਦੇ ਕੋਲੋਂ ਦੀ ਨਿਕਲਦੇ ਨੇ, ਇੰਜ ਮਹਿਸੂਸ ਹੁੰਦਾ ਕਿ ਆਪਣੇ ਪੁੱਤ ਦੇ ਕੋਲ ਜਾ ਕੇ ਗੁਰੂ ਪਾਤਸ਼ਾਹ ਕਿਸੇ ਪ੍ਰਕਾਰ ਦੇ ਗਮਗੀਨ ਨੇ। ਪਰ ਜਦੋਂ ਆਕਾਸ਼ ਵਿੱਚ ਤਾੜੀ ਵੱਜਦੀ ਹੈ ਕਿ ਹਿੰਦ ਪੀਰ ਮੇਰਵਦ, 3 ਦਿਸ਼ਾਵਾਂ ਵੱਲ 3 ਸਿੱਖ ਨੇ, ਚੌਥੀ ਦਿਸ਼ਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਚਾਰੇ ਪਾਸਿਓਂ ਆਵਾਜ਼ ਆਉਂਦੀ ਏ ਹਿੰਦ ਦਾ ਪੀਰ ਜਾ ਰਹੇ, ਕਿਸੇ ਨੇ ਰੋਕਣਾ ਹੋਵੇ ਤੇ ਰੋਕ ਲਓ। ਤੇ ਵੈਰੀ ਫੌਜੀ ਆਪਸ ਵਿੱਚ ਲੜਦੇ ਨੇ, ਭਿੜਦੇ ਨੇ, ਪਰ ਜਿੰਨਾ ਚਿਰ ਤੱਕ ਉਹ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਨੇ, ਗੁਰੂ ਪਾਤਸ਼ਾਹ ਗੜੀ ਤੋਂ ਬਾਹਰ ਜਾ ਚੁੱਕੇ ਨੇ। ਸਵੇਰੇ 23 ਦਸੰਬਰ ਸਨ 1704 ਚਮਕੌਰ ਦੀ ਗੜੀ ਵਿੱਚ ਘਮਸਾਨ ਦਾ ਜੰਗ ਹੁੰਦੇ। 5 ਸਿੱਖਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਜਦੋਂ ਭਾਈ ਸੰਗਤ ਸਿੰਘ ਦਾ ਸਿਰ ਕਲਮ ਕਰਕੇ ਬੜੀ ਖੁਸ਼ੀ ਨਾਲ ਸਰਮਦ ਖਾਂ ਵਜ਼ੀਰ ਖਾਂ ਦੇ ਸਾਹਮਣੇ ਰੱਖਦੇ, ਕਹਿੰਦੇ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਬੜੀ ਖੁਸ਼ੀ ਮਨਾਉਂਦੇ ਨੇ, ਹੁਣ ਸਾਡੀ ਜਿੱਤ ਹੋ ਗਈ, ਸਾਡੇ ਅੱਗੇ ਅੜਨ ਵਾਲਾ ਕੋਈ ਨਹੀਂ। ਪਰ ਜਦੋਂ ਵਜ਼ੀਰ ਖਾਂ ਵੇਖਦੇ, ਉਹ ਕਹਿੰਦੇ ਨਹੀਂ, ਐਸਾ ਨਹੀਂ ਹੋ ਸਕਦਾ। ਤੇ ਉਹ ਪਹਿਚਾਣ ਵੀ ਕਰਦੇ ਇਹ ਗੁਰੂ ਪਾਤਸ਼ਾਹ ਦਾ ਕੋਈ ਸਿੱਖ ਹੈ, ਗੁਰੂ ਸਾਹਿਬ ਗੜੀ ਵਿੱਚੋਂ ਨਿਕਲ ਚੁੱਕੇ ਨੇ। ਇੱਕ ਹੋਰ ਬੇਨਤੀ ਕਰਾਂ, ਚਮਕੌਰ ਦੀ ਗੜੀ ਦਾ ਨਿਸ਼ਾਨਾ, ਆਨੰਦਪੁਰ ਸਾਹਿਬ ਦੇ ਘੇਰੇ ਦਾ ਨਿਸ਼ਾਨਾ, ਉਹਨਾਂ ਦਾ ਜਿਹੜਾ ਕੇਂਦਰ ਹੈ, ਜਿਹੜਾ ਖੇਤ ਹੈ, ਜਿਹਨੂੰ ਗੁਰਬਾਣੀ ਨੇ ਕਿਹਾ ਪੁਰਜਾ ਪੁਰਜਾ ਕੱਟ ਮਾਰੈ ਕਬਹੂ ਨਾ ਛੱਡੈ ਖੇਤ, ਖੇਤ ਦਾ ਅਰਥ ਹੈ ਨਿਸ਼ਾਨਾ। ਉਹ ਨਿਸ਼ਾਨਾ ਉਹਨਾਂ ਦਾ ਗੁਰੂ ਪਾਤਸ਼ਾਹ ਨੂੰ ਜਿਉਂਦਿਆਂ ਜਾਂ ਮੁਰਦਾ ਫੜਨਾ। ਤੇ ਗੜੀ ਵਿੱਚੋਂ ਗੁਰੂ ਪਾਤਸ਼ਾਹ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਨਿਕਲ ਜਾਂਦੇ ਨੇ, ਪਾਤਸ਼ਾਹ ਦੀ ਜਿੱਤ ਹੁੰਦੀ ਹੈ, ਕਿਉਂਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ, ਗੁਰੂ ਪਾਤਸ਼ਾਹ ਆਪਣੇ ਮਕਸਦ ਵਿੱਚ ਕਾਮਯਾਬ ਨੇ। ਇਸ ਕਰਕੇ ਹਰ ਇੱਕ ਜੰਗ ਦੇ ਨਤੀਜਿਆਂ ਦੀ ਜਦੋਂ ਗੱਲ ਆਏਗੀ ਤੇ ਉਹਦੇ ਨਿਸ਼ਾਨੇ ਨੂੰ ਵੇਖਿਆ ਜਾਂਦਾ ਕਿ ਉਸ ਜੰਗ ਦਾ ਮਕਸਦ ਕੀ ਹੈ, ਤੇ ਜੇ ਮਕਸਦ ਵਿੱਚ ਕਾਮਯਾਬੀ ਹੈ ਤੇ ਜਿੱਤ ਹੈ। 23 ਦਸੰਬਰ ਸਨ 1704 ਨੂੰ ਗੁਰੂ ਕੇ ਪਿਆਰ ਵਾਲੇ ਸਿੱਖ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇਲਾਕੇ ਵਿੱਚ ਢੰਡੋਰਾ ਪਟਵਾਇਆ ਜਾਂਦਾ। ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ
ਭਾਈ ਗੁਲਾਬੇ ਭਾਈ ਪੰਜਾਬੇ ਦੇ ਬਾਗ ਵਿੱਚੋਂ ਹੁੰਦੇ ਹੋਏ ਦੀਨੇ ਕਾਂਗੜੇ, ਉਸ ਤੋਂ ਬਾਅਦ ਤਲਵੰਡੀ ਸਾਬੋ ਲੰਮੇ ਪ੍ਰਕਰਨ ਵਿੱਚ ਨਿਕਲਦੇ ਨੇ। ਦੂਸਰੇ ਪਾਸੇ ਜਦੋਂ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪੀਣ ਦੀ ਗੱਲ ਆਉਂਦੀ ਏ, ਇਲਾਕੇ ਵਿੱਚ ਮੁਨਾਦੀ ਕਰਵਾਈ ਜਾਂਦੀ ਏ ਕਿ ਚਮਕੌਰ ਦੀ ਗੜੀ ਦੇ ਕਿਸੇ ਵੀ ਸਿੱਖ ਦੀ ਲਾਸ਼ ਨੂੰ ਕੋਈ ਨਹੀਂ ਚੁੱਕੇਗਾ। ਇੱਕ ਬੀਬੀ ਰਾਤ ਦੇ ਹਨੇਰੇ ਵਿੱਚ, ਜਿਹਦਾ ਨਾਮ ਇਤਿਹਾਸ ਨੇ ਹਰਸ਼ਰਨ ਕੌਰ ਲਿਖੇ, ਉਸ ਮੁਨਾਦੀ ਨੂੰ ਸੁਣਦੀ ਏ। ਆਪਣੇ ਘਰੋਂ ਕੁਝ ਚੀਜ਼ਾਂ ਲੈ ਕੇ ਰਾਤ ਦੇ ਹਨੇਰੇ ਵਿੱਚ ਸੁੱਤੇ ਹੋਏ ਅਹਿਲਕਾਰਾਂ ਤੋਂ ਬਾਅਦ ਉਹਨਾਂ ਗੁਰੂ ਕੇ ਸਿੰਘਾਂ ਦੀਆਂ ਲਾਸ਼ਾਂ ਨੂੰ ਪਛਾਣਦੀ ਏ। ਪਛਾਣਨ ਤੋਂ ਬਾਅਦ ਢੇਰ ਬਣਾਉਂਦੀ ਏ। ਢੇਰ ਬਣਾ ਕੇ ਲੱਕੜੀਆਂ ਜਿਤਨੀਆਂ ਮਿਲਦੀਆਂ ਨੇ ਅੱਗ ਲਾ ਕੇ ਕੋਲ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਰਨ ਬੈਠ ਜਾਂਦੀ ਏ। ਇਹ ਵਾਕਿਆ 24 ਦਸੰਬਰ ਸਨ 1704 ਦਾ 24 ਦਸੰਬਰ ਦੀ ਰਾਤ ਨੂੰ ਜਦੋਂ ਇਹ ਸਾਰਾ ਕੁਝ ਵਾਪਰਦਾ ਏ ਤੇ ਜਦੋਂ ਮੈਦਾਨੇ ਜੰਗ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਜਾਂ ਹੋਰਨਾਂ ਗੁਰਸਿੱਖ ਪਿਆਰਿਆਂ ਦੀਆਂ ਲਾਸ਼ਾਂ ਨੂੰ ਉਸ ਵਕਤ ਬੀਬੀ ਇਕੱਠਾ ਕਰਕੇ ਕਿਸੇ ਦਾ ਹੱਥ ਮਿਲਦੇ, ਕਿਸੇ ਦਾ ਧੜ ਮਿਲਦੇ, ਕਿਸੇ ਦਾ ਸੀਸ ਮਿਲਦੇ, ਕਿਸੇ ਦੀ ਬਾਂਹ, ਕਿਸੇ ਦੀ ਲੱਤ ਪਹਿਚਾਣ ਕਰਦੀ ਏ ਤੇ ਇੱਕੋ ਜਗ੍ਹਾ ਤੇ ਚਿਖਾ ਬਣਾ ਕੇ ਇਕੱਠਾ ਕਰਕੇ ਲਾਂਬੂ ਲਾਉਂਦੀ ਏ। ਕੋਲ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਰਨ ਬੈਠ ਜਾਂਦੀ ਏ। ਆਵਾਜ਼ ਦੀ ਅੱਗ ਦੀਆਂ ਲਪਟਾਂ ਦੇ ਨਾਲ ਵੈਰੀ ਜਾਗ ਜਾਂਦੇ ਨੇ ਤੇ ਕੋਲ ਆ ਕੇ ਸਵਾਲ ਕਰਦੇ ਨੇ, ਤੂੰ ਕੌਣ ਹੈ? ਉਹ ਕਹਿੰਦੀ, ਇਹਨਾਂ ਵੀਰਾਂ ਦੀ ਭੈਣ ਆ। ਕੀ ਕਰਨ ਆਈ ਹੈ? ਆਪਣਾ ਫਰਜ਼ ਨਿਭਾਉਣ ਵਾਸਤੇ ਆਈਏ। ਜਦੋਂ ਲਾਸ਼ਾਂ ਦੇ ਸੰਸਕਾਰ ਦਾ ਜ਼ਿਕਰ ਹੋਇਆ ਤੇ ਅਹਿਲਕਾਰ ਬਾਰ-ਬਾਰ ਸਵਾਲ ਕਰਦੇ ਨੇ। ਗੁਰਬਾਣੀ ਦੀ ਸਮਾਪਤੀ ਤੋਂ ਬਾਅਦ, ਸੋਹਿਲਾ ਸਾਹਿਬ ਦੇ ਪਾਠ ਕਰਨ ਤੋਂ ਬਾਅਦ ਉਸ ਬੀਬੀ ਨੇ ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਵੈਰੀਆਂ ਦੇ ਨਾਲ ਟਾਕਰਾ ਕੀਤਾ ਆਪਣੇ ਭਰਾਵਾਂ ਦੇ ਸੰਸਕਾਰ ਦੀ ਖਾਤਰ। ਤੇ ਜਦੋਂ ਟਾਕਰੇ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗਦੀ ਏ, ਉਦੋਂ ਦੇ ਮੁਗਲ